ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਜਨੀ ਭਾਟੀਆ ਅੱਜ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਡਾਕਟਰ ਸੁਰਜੀਤ ਪਾਤਰ ਜੀ ਦੀ ਇੱਕ ਕਵਿਤਾ ਇੱਕ ਰੁੱਖ ਦੇ ਬੋਲਣ ਦੀ ਕਹਾਣੀ ਨੂੰ ਕਵਿਤਾ ਦੀ ਤਰ੍ਹਾਂ ਕਿਹਾ ਗਿਆ ਹੈ। ਬਹੁਤ ਵਧੀਆ ਸ਼ਬਦਾਂ ਦਾ ਮੇਲ ਹੈ ਔਰ ਬਹੁਤ ਸੋਹਣੀ ਇੱਕ ਸਿੱਖਿਆ ਸਾਰਿਆਂ ਨੂੰ ਮਿਲਦੀ ਹੈ। ਤੇ ਚਲੋ ਜੀ ਅਸੀਂ ਸ਼ੁਰੂ ਕਰਦੇ ਹਾਂ ਇੱਕ ਰੁੱਖ ਦੇ ਬੋਲਣ ਦੀ ਕਹਾਣੀ। ਮੈਂ ਤੁਹਾਨੂੰ ਅੱਜ ਸੁਣਾਉਣਾ ਇੱਕ ਕਹਾਣੀ ਹੈ ਬੜੀ ਦਿਲਚਸਪ ਭਾਵੇਂ ਹੈ ਪੁਰਾਣੀ। ਰੁੱਖ ਦੇ ਮੁੜ ਦੋ ਭਰਾਵਾਂ ਨੇ ਖਜ਼ਾਨਾ ਦੱਬਿਆ ਸੀ ਜੋ ਉਹਨਾਂ ਨੂੰ ਕਿਤਿਓਂ ਸਾਂਝਾ ਲੱਭਿਆ ਸੀ। ਆ ਗਈ ਵੱਡੇ ਦੇ ਮਨ ਵਿੱਚ ਬੇਈਮਾਨੀ, ਕੀਤੀ ਛੋਟੇ ਨਾਲ ਉਸਨੇ ਇਹ ਸ਼ੈਤਾਨੀ। ਆਇਆ ਅੱਧੀ ਰਾਤ ਕੱਲਾ ਉੱਠ ਕੇ, ਲੈ ਗਿਆ ਸਾਰਾ ਖਜ਼ਾਨਾ ਪੁੱਟ ਕੇ। ਫਿਰ ਉਹ ਪਿੱਟੀ ਨਾਲ ਟੋਆ ਭਰ ਗਿਆ, ਉਸ ਥਾਂ ਨੂੰ ਪਹਿਲਾਂ ਵਰਗੀ ਕਰ ਗਿਆ। ਕੁਝ ਦਿਨਾਂ ਮਗਰੋਂ ਕਿਸੇ ਕੰਮ ਦੇ ਲਈ ਪੈਸਿਆਂ ਦੀ ਲੋੜ ਛੋਟੇ ਨੂੰ ਪਈ। ਆਣ ਕੇ ਵੱਡੇ ਨੂੰ ਉਸਨੇ ਆਖਿਆ, ਪੈਸਿਆਂ ਦੀ ਲੋੜ ਹੈ ਮੈਨੂੰ ਭਰਾ, ਆ ਜ਼ਰਾ ਤੂੰ ਕੰਮ ਸਾਰੇ ਛੱਡ ਕੇ ਉੱਥੋਂ ਕੁਝ ਸਿੱਕੇ ਲਿਆਈਏ ਕੱਢ ਕੇ। ਉਂਝ ਤਾਂ ਵੱਡੇ ਨੂੰ ਸਾਰਾ ਭੇਤ ਸੀ, ਰੁੱਖ ਦੇ ਮੁੱਢ ਹੁਣ ਤਾਂ ਕੇਵਲ ਰੇਤ ਸੀ। ਫਿਰ ਵੀ ਉਹ ਕਹਿਣ ਲੱਗਾ ਕਿਉਂ ਨਹੀਂ, ਆਪਣਾ ਪੈਸਾ ਇਹ ਲਿਆਉਣਾ ਕਿਉਂ ਨਹੀਂ। ਜਦ ਉਹਨਾਂ ਨੇ ਉਸ ਥਾਂ ਨੂੰ ਪੁੱਟਿਆ, ਕੀ ਨਿਕਲਦਾ ਉੱਥੋਂ ਕੁਝ ਨਾ ਨਿਕਲਿਆ। ਨੀਸਣਾ ਜਿਹਾ ਬਣ ਕੇ ਵੱਡੇ ਨੇ ਕਿਹਾ, ਦੱਬਿਆ ਤਾਂ ਇੱਥੇ ਹੀ ਸੀ ਕਿੱਥੇ ਗਿਆ। ਲੈ ਗਿਆ ਹੋਵੇਂਗਾ ਤੂੰ ਹੀ ਛੋਟਿਆ, ਝੂਠਿਆ ਚੋਰਾ ਕਮੀਨਿਆ ਖੋਟਿਆ। ਛੋਟੇ ਦੇ ਨੈਣਾਂ 'ਚ ਹੰਝੂ ਆ ਗਏ, ਕਹਿਣ ਲੱਗਾ ਵਿਹਲ ਧਰਤੀ ਦੇ ਦਏ। ਬੱਚਿਆਂ ਦੀ ਸੋਏ ਵੱਡੇ ਵੀਰ ਨਾ, ਮੇਰੇ ਸੀਨੇ ਖੋਬ ਇਹ ਸ਼ਮਸ਼ੀਰ ਨਾ। ਮੈਂ ਤੇ ਇਹ ਗੱਲ ਸੋਚ ਵੀ ਸਕਦਾ ਨਹੀਂ, ਲੈ ਲਵਾਂ ਉਹ ਜੋ ਮੇਰੇ ਹੱਕ ਦਾ ਨਹੀਂ। ਵੱਡਾ ਗੁੱਸੇ ਨਾਲ ਉੱਚੀ ਗਰਜਿਆ, ਐਵੇਂ ਹੁਣ ਖੇਖਣ ਨਾ ਕਰ ਤੂੰ ਛੋਟਿਆ। ਸਿੱਕਿਆਂ ਦੇ ਲਿਸ਼ਕ ਬਦਲੇ ਝੂਠਿਆ, ਹੰਝੂਆਂ ਦੇ ਲਿਸ਼ਕ ਨਾ ਮੈਨੂੰ ਦਿਖਾ। ਸਾਡੇ ਦੋਹਾਂ ਤੋਂ ਬਿਨਾਂ ਕੋਈ ਤੀਸਰਾ, ਭੇਦ ਦੱਬੇ ਦਾ ਨਹੀਂ ਸੀ ਜਾਣਦਾ। ਠਹਿਰ ਪਰ ਸੁੱਝੀ ਹੈ ਮੈਨੂੰ ਗੱਲ ਇੱਕ, ਆਪਣੇ ਮਸਲੇ ਦਾ ਹੈਗਾ ਹੱਲ ਇੱਕ। ਸੀਸ ਕੋਈ ਸਾਡੇ ਬਿਨਾਂ ਵੀ ਤੀਸਰਾ, ਜੋ ਸੀ ਦੌਲਤ ਦੱਬਦਿਆਂ ਨੂੰ ਦੇਖਦਾ। ਇਹੀ ਰੁੱਖ ਜਿੱਥੇ ਖਜ਼ਾਨਾ ਦੱਬਿਆ ਸੀ, ਇਹ ਵੀ ਸਭ ਕੁਝ ਕਰਦੇ ਨੂੰ ਦੇਖਦਾ ਸੀ। ਇਹ ਗਵਾਹ ਹੈ ਇਹੀ ਸਾਡਾ ਦੇਵਤਾ, ਸੱਚ ਬੋਲੇਗਾ ਇਹ ਸਭ ਕੁਝ ਜਾਣਦਾ। ਲੈ ਕੇ ਆਵਾਂਗੇ ਅਸੀਂ ਪੰਚਾਇਤ ਕੱਲ, ਇਸ ਨੂੰ ਹੀ ਪੁੱਛਾਂਗੇ ਸੱਚੋ ਸੱਚ ਗੱਲ। ਇਹੀ ਸਭ ਦੱਸੇਗਾ ਸਭ ਦੇ ਸਾਹਮਣੇ, ਇਸ ਨੇ ਹੀ ਸੱਚੇ ਝੂਠੇ ਪਰਖਣੇ। ਛੋਟੇ ਦੇ ਦਿਲ ਨੂੰ ਵੀ ਧੀਰਜ ਆ ਗਿਆ, ਇਉਂ ਨਤਾਰਾ ਹੋ ਉਸਨੇ ਸੋਚਿਆ। ਆ ਜੁੜੀ ਪੰਚਾਇਤ ਅਗਲੀ ਸ਼ਾਮ ਨੂੰ, ਸੁਣਨ ਤੇ ਪਰਖਣ ਲਈ ਇਲਜ਼ਾਮ ਨੂੰ। ਬਿਰਖ ਦੇ ਲਾਗੇ ਮਸ਼ਾਲਾਂ ਬਾਲ ਕੇ, ਆ ਜੁੜੇ ਸਭ ਬਿਰਧ ਅੱਡ ਖੜ ਬਾਲ ਕੇ। ਚੁੱਪ ਸਭ ਹੋਏ ਤਾਂ ਰੁੱਖ ਇਉਂ ਬੋਲਿਆ, ਪੁੱਛਦੇ ਹੋ ਤਾਂ ਤੁਹਾਨੂੰ ਦੱਸਦਾ, ਇਹਨੇ ਸਭ ਛੋਟੇ ਦੀਆਂ ਹੀ ਹਰਕਤਾਂ। ਆਇਆ ਸੀ ਛੋਟਾ ਹੀ ਅੱਧੀ ਰਾਤ ਨੂੰ, ਮੈਂ ਮੁਕਾਂਦਾ ਹਾਂ ਚਲੋ ਇਸ ਬਾਤ ਨੂੰ। ਛੋਟੇ ਨੇ ਹੀ ਆ ਕੇ ਟੋਆ ਪੁੱਟਿਆ, ਸਾਹਮਣੇ ਮੇਰੇ ਖਜ਼ਾਨਾ ਲੁੱਟਿਆ। ਜੋ ਵੀ ਉੱਥੇ ਬੱਚੇ ਬੁੱਢੇ ਜਵਾਨ ਸਨ, ਸੁਣ ਕੇ ਰੁੱਖ ਦੀ ਗੱਲ ਸਭ ਹੈਰਾਨ ਸਨ। ਕਿਉਂ ਤੂੰ ਇਹ ਕਰਤੂਤਾਂ ਕੀਤੀਆਂ ਪੁੱਠੀਆਂ, ਸਭੇ ਉਂਗਲਾਂ ਛੋਟੇ ਦੇ ਵੱਲ ਉੱਠੀਆਂ। ਰੁੱਖ ਦੀ ਗੱਲ ਸੁਣ ਕੇ ਛੋਟਾ ਕੰਬਿਆ, ਐ ਮਣਾ ਇਹ ਵਕਤ ਕੈਸਾ ਆ ਗਿਆ। ਰੁੱਖ ਬੋਲਣ ਲੱਗ ਪਏ ਤੇ ਉਹ ਵੀ ਝੂਠ, ਇਹਨਾਂ ਨੇ ਵੀ ਖਾ ਲਈ ਬੰਦੇ ਦੀ ਝੂਠ। ਉਸ ਦੀਆਂ ਅੱਖਾਂ 'ਚ ਹੰਝੂ ਆ ਗਏ, ਕੰਬੇ ਉਸਦੇ ਨੈਣ ਫਿਰ ਪੱਥਰਾ ਗਏ। ਉਸਨੇ ਦਿੱਤੇ ਬੋਲ ਆਪਣੇ ਦੁੱਖ ਨੂੰ, ਇਹ ਹੈ ਇੱਕਦਮ ਝੂਠ ਕੋਰਾ ਬੋਲਦਾ, ਮੈਂ ਨਹੀਂ ਹੁਣ ਮੰਨਦਾ ਇਸ ਨੂੰ ਦੇਵਤਾ। ਕਹਿਣ ਲੱਗਾ ਵੱਡਾ, ਲਓ ਜੀ ਦੇਖ ਲਓ, ਕਲ ਜੁਗੀ ਜੀਵਾਂ ਦੀ ਕਰਨੀ ਦੇਖ ਲਓ। ਹੁਣ ਜਦੋਂ ਰੁੱਖ ਦੇਵਤਾ ਸੱਚ ਬੋਲਿਆ, ਕਿਸ ਤਰ੍ਹਾਂ ਇਹ ਝੂਠਾ ਬੰਦਾ ਤੜਪਿਆ। ਛੋਟੇ ਨੂੰ ਇਹ ਸੁਣ ਕੇ ਗੁੱਸਾ ਆ ਗਿਆ, ਉਸ ਦੀਆਂ ਅੱਖਾਂ 'ਚ ਸੀ ਜੋ ਭਾਵਨਾ, ਝੱਲੀ ਜਾਂਦੀ ਸੀ ਕਿਸੇ ਤੋਂ ਤਾਬ ਨਾ।
ਦਿਲ 'ਚੋਂ ਮੈਂ ਕੱਢਾਂਗਾ ਇੱਦਾਂ ਦੁੱਖ ਨੂੰ, ਕਹਿਣ ਲੱਗਾ ਸਾੜ ਦਿਓ ਇਸ ਰੁੱਖ ਨੂੰ। ਕੋਈ ਡਰਦਾ ਆਵੇ ਉਸਦੇ ਕੋਲ ਨਾ, ਜੇ ਕੋਈ ਬੋਲੇ ਉਹ ਆਖੇ ਬੋਲ ਨਾ। ਡਰ ਗਏ ਸਾਰੇ ਤੇ ਉਹ ਵੀ ਡਰ ਗਿਆ। ਉਹ ਕੌਣ? ਉਹ ਜੋ ਰੁੱਖ ਦੇ ਵਿੱਚ ਲੁਕਿਆ ਹੋਇਆ ਸੀ, ਇਸ ਠੱਗੀ ਵਿੱਚ ਰਲਿਆ ਹੋਇਆ ਸੀ। ਰੁੱਖ ਦੀ ਜੋ ਜੀਭ ਬਣਿਆ ਹੋਇਆ ਸੀ, ਉਹ ਸੀ ਜਿਹੜਾ ਕੁਫਰ ਇੰਨਾ ਤੋਲਦਾ, ਝੂਠੀ ਮੁੱਠੀ ਰੁੱਖ ਬਣ ਕੇ ਬੋਲਦਾ। ਅੱਗ ਦੇ ਭਾਂਬੜ ਤੋਂ ਭਾਵੇਂ ਡਰ ਗਿਆ, ਹੌਸਲੇ ਦਾ ਕਰਕੇ ਅਭਿਨੇ ਬੋਲਿਆ, ਗੱਲ ਸੁਣ ਲੈ ਮੇਰੀ ਹੁਣ ਤੂੰ ਛੋਟਿਆ, ਹਾਲੇ ਆਪਣੀ ਸ਼ਕਤੀ ਨੂੰ ਮੈਂ ਨਾ ਵਰਤਿਆ। ਇੱਕ ਵੀ ਪੱਤੇ ਨੂੰ ਜੇ ਅੱਗ ਛੂ ਗਈ, ਵੰਸ਼ ਅੰਨੀ ਕਰ ਦਊਂ ਪੁਸ਼ਤਾਂ ਲਈ। ਕੋਲ ਨਾ ਆ, ਪਿੱਛੇ ਹਟ ਜਾ ਆਪਣੇ ਆਪ, ਦੇ ਦਿਆਂਗਾ ਵਰਨਾ ਤੈਨੂੰ ਮੈਂ ਸਰਾਪ। ਮੈਂ ਨਹੀਂ ਡਰਦਾ, ਨਹੀਂ ਕੀਤਾ ਮੈਂ ਪਾਪ, ਦੇ ਦੇਣਾ ਹੁਣ ਜਿਹੜਾ ਤੂੰ ਦੇਣਾ ਏ ਸਰਾਪ। ਜੇ ਕਿਤੇ ਰੱਬ ਹੀ ਨਹੀਂ ਤਾਂ ਕੀ ਸਰਾਪ, ਜੇ ਕਿਤੇ ਉਹ ਹੈ ਤਾਂ ਸਭ ਸਮਝੇਗਾ ਆਪ। ਜੇ ਉਹ ਝੂਠਾ ਹੈ ਜਾਂ ਉਸਨੂੰ ਸਾਰ ਨਹੀਂ, ਮੈਨੂੰ ਕੋਈ ਖੌਫ ਕੋਈ ਪਿਆਰ ਨਹੀਂ। ਜੇ ਉਹ ਸੱਚੇ ਨੂੰ ਬਚਾ ਸਕਦਾ ਨਹੀਂ, ਮੇਰਾ ਉਸਦਾ ਫੇਰ ਕੋਈ ਰਿਸ਼ਤਾ ਨਹੀਂ। ਲੰਬੂ ਉਸਨੇ ਹੋਰ ਉੱਚਾ ਚੁੱਕਿਆ, ਜਦ ਜ਼ਰਾ ਪੱਤਿਆਂ ਨੂੰ ਛੋਹਣ ਲੱਗਿਆ। ਉਹ ਜੋ ਸੰਘਣੇ ਰੁੱਖ 'ਚ ਸੀ ਲੁਕਿਆ ਪਿਆ, ਹੁਣ ਉਹ ਅੰਦਰੋਂ ਬਹੁਤ ਜ਼ਿਆਦਾ ਡਰ ਗਿਆ। ਅੱਗ ਦੀਆਂ ਲਪਟਾਂ ਤੋਂ ਤਰਾ ਕੇ ਤਿਲਕਿਆ, ਰੁੱਖ ਦੇ ਮੁੱਢ ਕੋਲ ਆ ਕੇ ਡਿੱਗ ਪਿਆ। ਉਹ ਸੀ ਜੋ ਰੁੱਖ ਬਣ ਕੇ ਬੋਲਦਾ, ਕਹਿਣ ਲੱਗੇ ਲੋਕ ਦੇਖੋ ਉਹ ਪਿਆ। ਉਹ ਅਚਾਨਕ ਜੋਸ਼ ਖਾ ਕੇ ਉੱਠਿਆ, ਲੱਗਿਆ ਦੌੜਨ ਤਾਂ ਲੋਕਾਂ ਫੜ ਲਿਆ। ਜੋੜ ਕੇ ਉਹ ਹੱਥ ਪੈਰੀ ਪੈ ਗਿਆ, ਗਰਜਦਾ ਸੀ ਜਿਹੜਾ ਹੁਣ ਡੜਿਆ ਪਿਆ। ਬਖਸ਼ੋ ਮੈਨੂੰ ਭਰਾਓ ਬਖਸ਼ੋ, ਮੈਂ ਨਿਰਦੋਸ਼ ਹਾਂ, ਮੈਨੂੰ ਨਾ ਕੁਝ ਵੀ ਕਹੋ। ਮੈਨੂੰ ਤਾਂ ਵੱਡੇ ਨੇ ਸਭ ਕੁਝ ਆਖਿਆ ਸੀ, ਦੇ ਕੇ ਲਾਲਚ ਰੁੱਖ ਉੱਤੇ ਚਾੜਿਆ ਸੀ। ਕਿੱਥੇ ਹੈ ਉਹ ਵੱਡਾ ਰੱਬ ਬਣਾ ਕੇ ਜਿਸਨੇ ਰੁੱਖ ਤੇ ਚਾੜਿਆ ਸੀ। ਖਿਸਕ ਚੁੱਕਾ ਸੀ ਤਦੋਂ ਤੱਕ ਰੱਬ ਦਾ ਰੱਬ, ਸਮਝ ਚੁੱਕੇ ਸੀ ਹਕੀਕਤ ਲੋਕ ਸਭ। ਛੋਟੇ ਨੂੰ ਸਭਨਾ ਨੇ ਸੀਨੇ ਲਾ ਲਿਆ, ਤੈਨੂੰ ਤੇਰੇ ਸੱਚ ਨੇ ਅੱਜ ਬਚਾ ਲਿਆ। ਤੇਰੇ ਅੰਦਰ ਦੁੱਖ ਸੀ ਤੇ ਸੱਚ ਸੀ, ਤੂੰ ਨਾ ਡਰਿਆ ਉਸ ਤੋਂ ਜਿਹੜਾ ਕੱਚ ਸੀ। ਰੁੱਖ ਨੇ ਸਭ ਜਾਂਦਿਆਂ ਨੂੰ ਦੇਖਿਆ, ਬੰਦਿਆਂ ਦੀ ਸੋਚ ਬਾਰੇ ਸੋਚਿਆ। ਚੁੱਪ ਸੀ ਉਹ, ਪਰ ਉਸ ਦੇ ਪੱਤੇ ਇਵੇਂ ਥਿਰਕੇ ਸਨ, ਕਹਿ ਰਹੇ ਸਨ ਕੁਝ ਜਿਵੇਂ ਕੰਬਦੇ ਪੱਤਿਆਂ ਨੇ ਕੀ ਸੀ ਆਖਿਆ। ਕੌਣ ਸਮਝੇ ਪੱਤਿਆਂ ਦੀ ਭਾਖਿਆ। ਸਾਵੇਂ ਰੁੱਖ ਤੋਂ ਪੀਲੇ ਕੁਝ ਪੱਤੇ ਗਿਰੇ, ਜਿਸ ਤਰ੍ਹਾਂ ਕਿ ਰੁੱਖ ਦੇ ਹੰਝੂ ਗਿਰੇ। ਪਾਕ ਪਾਵਨ ਇਹਨਾਂ ਦੀ ਭਾਸ਼ਾ ਏ ਮੌਨ, ਪਾਕ ਪਾਵਨ ਇਹਨਾਂ ਦੀ ਭਾਸ਼ਾ ਏ ਮੌਨ। ਬੋਲਦੇ ਨੇ ਰੁੱਖ ਪਰ ਸੁਣਦਾ ਏ ਕੌਣ, ਬੋਲਦੇ ਨੇ ਰੁੱਖ ਪਰ ਸੁਣਦਾ ਏ ਕੌਣ। ਬਹੁਤ ਬਹੁਤ ਸ਼ੁਕਰੀਆ ਕਵਿਤਾ ਨੂੰ ਅਖੀਰ ਤੱਕ ਸੁਣਨ ਲਈ। ਜੇ ਅਸੀਂ ਕਵਿਤਾ ਨੂੰ ਸੁਣ ਕੇ ਕੁਝ ਵੀ ਥੋੜ੍ਹਾ ਜਿਹਾ ਸੋਚ ਕੇ ਵਿਚਾਰ ਕੇ ਆਪਣੇ ਕਿਸੇ ਵੀ ਇੱਕ ਰਿਸ਼ਤੇ ਨੂੰ ਬਚਾ ਲੈਂਦੇ ਹਾਂ, ਤਾਂ ਇਹ ਕਵੀ ਦਾ ਲਿਖਣਾ ਸਾਰਥਕ ਹੋ ਜਾਂਦਾ ਹੈ ਤੇ ਸਾਡਾ ਪੜ੍ਹਨਾ ਸਾਰਥਕ ਹੋ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਇਸ ਤੋਂ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਜ਼ਰੂਰ ਸਿੱਖਿਆ ਮਿਲੇਗੀ ਕਿ ਪਾਤਰ ਸਾਹਿਬ ਦਾ ਲਿਖਣਾ ਸਾਰਥਕ ਹੋ ਜਾਏਗਾ। ਧੰਨਵਾਦ।